ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 80 ਸ਼ਬਦ ਪ੍ਰਤੀ ਮਿੰਟ। ਬੀ ਰੈਡੀ। ਸਟਾਰਟ। ਸੁਰੱਖਿਆ ਮਾਹਿਰ ਖੂਫੀਆ ਜਾਣਕਾਰੀ ਇਕੱਠੀ ਕਰਨ ਲਈ ਭੇਜੇ ਗਏ ਅਮਰੀਕਾ ਦੇ ਡਰੋਨ ਨੂੰ ਕਾਲੇ ਸਾਗਰ ਉੱਪਰ ਡੇਗੇ ਜਾਣ ਨੂੰ ਅਤਿਅੰਤ ਮੰਦਭਾਗਾ ਅਤੇ ਖਤਰਨਾਕ ਦੱਸ ਰਹੇ ਹਨ। ਡੰਡੀ। ਇਹ ਡਰੋਨ ਰੂਸੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਡੇਗਿਆ। ਡੰਡੀ। ਰੂਸ, ਯੂਕਰੇਨ, ਰੋਮਾਨੀਆ, ਬੁਲਗਾਰੀਆ, ਤੁਰਕੀ ਅਤੇ ਜਾਰਜੀਆ ਕਾਲੇ ਸਾਗਰ ਦੇ ਤੱਟੀ ਦੇਸ਼ ਹਨ। ਡੰਡੀ। ਇਸ ਘਟਨਾ ਨੂੰ ਵਰ੍ਹੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਰੂਸ ਯੂਕਰੇਨ ਜੰਗ ਦੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਹੈ। ਡੰਡੀ। ਅਮਰੀਕਾ ਦਾ ਕਹਿਣਾ ਹੈ ਕਿ ਡਰੋਨ ਅੰਤਰਰਾਸ਼ਟਰੀ ਹਵਾਈ ਸਪੇਸ ਵਿੱਚ ਸੀ ਜਦੋਂ ਰੂਸ ਦੇ ਦੋ Su-27 ਹਵਾਈ ਜਹਾਜ਼ਾਂ ਨੇ ਇਸ ਦੇ ਉੱਤੇ ਤੇਲ ਸੁੱਟਿਆ ਤੇ ਉਸ ਨੂੰ ਤਬਾਹ ਕਰ ਦਿੱਤਾ। ਡੰਡੀ। ਰੂਸ ਅਨੁਸਾਰ ਉਸਦੇ ਹਵਾਈ ਜਹਾਜ਼ ਕਦੇ ਵੀ ਡਰੋਨ ਦੇ ਸੰਪਰਕ ਵਿੱਚ ਨਹੀਂ ਆਏ ਅਤੇ ਇਸ ਡਰੋਨ ਨੂੰ ਕਰੀਮੀਆ, ਯੂਕਰੇਨ ਦਾ ਉਹ ਹਿੱਸਾ ਜਿਸ 'ਤੇ ਰੂਸ ਨੇ 2014 ਵਿੱਚ ਕਬਜ਼ਾ ਕਰ ਲਿਆ ਸੀ, ਦੇ ਤੱਟ ਦੇ ਨਜ਼ਦੀਕ ਦੇਖਿਆ ਗਿਆ। ਡੰਡੀ। ਪਿਛਲੇ ਮਹੀਨੇ ਅਮਰੀਕਾ ਨੇ ਚੀਨ ਦੁਆਰਾ ਭੇਜੇ ਗਏ ਜਾਸੂਸੀ ਗੁਬਾਰੇ ਨੂੰ ਤਬਾਹ ਕਰ ਦਿੱਤਾ ਸੀ। ਡੰਡੀ। ਉਸ ਘਟਨਾ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਪਣਾ ਚੀਨ ਦਾ ਦੌਰਾ ਰੱਦ ਕਰ ਦਿੱਤਾ ਸੀ। ਡੰਡੀ। ਪੈਰਾ ਚੇਂਜ। ਰੂਸ ਯੂਕਰੇਨ ਜੰਗ ਨੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੂੰ ਦੋ ਧੜਿਆਂ ਵਿੱਚ ਵੰਡ ਦਿੱਤਾ ਹੈ। ਡੰਡੀ। ਇੱਕ ਧੜੇ ਵਿੱਚ ਅਮਰੀਕਾ ਅਤੇ ਯੂਰਪੀ ਦੇਸ਼ ਹਨ ਜੋ ਯੂਕਰੇਨ ਦੀ ਫੌਜੀ ਤੇ ਆਰਥਿਕ ਸਹਾਇਤਾ ਕਰਨ ਦੇ ਨਾਲ ਨਾਲ ਉਸਨੂੰ ਜੰਗ ਜਾਰੀ ਰੱਖਣ ਲਈ ਉਕਸਾ ਰਹੇ ਹਨ। ਡੰਡੀ। ਦੂਸਰੇ ਪਾਸੇ ਰੂਸ ਅਤੇ ਚੀਨ ਹਨ ਜਿਨ੍ਹਾਂ ਨੂੰ ਕੁਝ ਹੋਰ ਦੇਸ਼ਾਂ ਦੀ ਹਮਾਇਤ ਹਾਸਲ ਹੈ। ਡੰਡੀ। ਭਾਰਤ ਜਿਹੇ ਦੇਸ਼ ਦੋਹਾਂ ਧੜਿਆਂ ਤੋਂ ਬਰਾਬਰ ਦੀ ਦੂਰੀ ਬਣਾ ਕੇ ਚੱਲ ਰਹੇ ਹਨ। ਡੰਡੀ। ਕੁਝ ਦਿਨ ਪਹਿਲਾਂ ਚੀਨ ਦੁਆਰਾ ਈਰਾਨ ਤੇ ਸਾਊਦੀ ਅਰਬ ਵਿਚਕਾਰ ਕਰਾਇਆ ਗਿਆ ਸਮਝੌਤਾ ਕਾਫੀ ਅਹਿਮ ਹੈ ਕਿਉਂਕਿ ਮੱਧ ਏਸ਼ੀਆ ਵਿੱਚ ਸਾਊਦੀ ਅਰਬ ਅਮਰੀਕਾ ਦਾ ਪੱਕਾ ਹਮਾਇਤੀ ਰਿਹਾ ਹੈ ਅਤੇ ਈਰਾਨ ਤੇ ਅਮਰੀਕਾ ਵਿਚਲੇ ਰਿਸ਼ਤੇ ਬੇਹੱਦ ਤਣਾਉਪੂਰਨ ਹਨ। ਡੰਡੀ। ਇਸ ਤਰ੍ਹਾਂ ਦੇਸ਼ਾਂ ਦੀ ਨਵੀਂ ਸਫਬੰਦੀ ਹੁੰਦੀ ਵੀ ਨਜ਼ਰ ਆ ਰਹੀ ਹੈ। ਡੰਡੀ। 1992 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਰੂਸ ਸੋਵੀਅਤ ਯੂਨੀਅਨ ਵਿੱਚ ਸ਼ਾਮਲ ਹੋਰ ਦੇਸ਼ਾਂ ਅਤੇ ਪੂਰਬੀ ਯੂਰਪ ਦੇ ਦੇਸ਼ਾਂ ਵਿੱਚ ਵੱਡੇ ਬਦਲਾਅ ਆਏ ਹਨ। ਡੰਡੀ। ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ ਦੇ ਦੇਸ਼ਾਂ ਵਿੱਚ ਸਾਮਵਾਦੀ ਨਿਜ਼ਾਮਾਂ ਦੇ ਖਤਮ ਹੋਣ ਤੋਂ ਬਾਅਦ ਅਮਰੀਕਾ ਅਤੇ ਪੱਛਮੀ ਯੂਰਪ ਦੇ ਦੇਸ਼ਾਂ ਦੁਆਰਾ ਬਣਾਈ ਗਈ ਫੌਜੀ ਸੰਸਥਾ ਨਾਟੋ ਦੀ ਸਾਮਵਾਦ ਨੂੰ ਕਾਬੂ ਵਿੱਚ ਰੱਖਣ ਦੀ ਕਥਿਤ ਭੂਮਿਕਾ ਖਤਮ ਹੋ ਗਈ ਸੀ ਪਰ ਇਸ ਸੰਸਥਾ ਨੂੰ ਕਾਇਮ ਰੱਖਿਆ ਗਿਆ। ਡੰਡੀ। ਅਮਰੀਕਾ ਨੇ ਇਸ ਸੰਸਥਾ ਦਾ ਇਸਤੇਮਾਲ ਆਪਣੇ ਪ੍ਰਭਾਵ ਨੂੰ ਵਧਾਉਣ ਲਈ ਕੀਤਾ ਹੈ ਅਤੇ ਪੂਰਬੀ ਯੂਰਪ ਦੇ ਕਈ ਦੇਸ਼ਾਂ ਨੂੰ
ਨਾਟੋ ਦਾ ਮੈਂਬਰ ਬਣਾਇਆ ਗਿਆ ਹੈ ਡੰਡੀ। ਅਮਰੀਕਾ ਯੂਕਰੇਨ ਨੂੰ ਵੀ ਸਟਾਪ ਪੰਜਾਬੀ ਸ਼ਾਰਟ ਹੈਂਡ ਡਿਕਟੇਸ਼ਨ ਸਪੀਡ 85 ਸ਼ਬਦ ਪ੍ਰਤੀ ਮਿੰਟ ਬੀ ਰੈਡੀ ਸਟਾਰਟ। ਨਾਟੋ ਦਾ ਮੈਂਬਰ ਬਣਾਉਣਾ ਚਾਹੁੰਦਾ ਸੀ ਅਤੇ ਇਸ ਕਾਰਨ ਰੂਸ ਤੇ ਯੂਕਰੇਨ ਵਿੱਚ ਜੰਗ ਛਿੜੀ ਡੰਡੀ। ਹੁਣ ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਨੇ ਪਰਮਾਣੂ ਪਣਡੁੱਬੀਆਂ ਬਣਾਉਣ ਸੰਬੰਧੀ ਸਮਝੌਤਾ ਕੀਤਾ ਹੈ, ਜਿਹੜੀਆਂ ਚੀਨੀ ਜਲ ਸੈਨਾ ਵਿਰੁੱਧ ਵਰਤੀਆਂ ਜਾ ਸਕਦੀਆਂ ਹਨ ਡੰਡੀ। ਇਹ ਕਾਰਵਾਈਆਂ ਨਾ ਸਿਰਫ ਸੰਸਾਰ ਅਮਨ ਲਈ ਖਤਰਾ ਹਨ, ਸਗੋਂ ਦੁਨੀਆ ਵਿੱਚ ਲਗਾਤਾਰ ਜੰਗ ਵਾਲਾ ਮਾਹੌਲ ਬਣਾਉਣਗੀਆਂ, ਜਿਸ ਵਿੱਚ ਅਮਰੀਕਾ ਤੇ ਪੱਛਮੀ ਯੂਰਪ ਦੇ ਦੇਸ਼ ਲਗਾਤਾਰ ਹਥਿਆਰ ਵੇਚ ਕੇ ਮੁਨਾਫਾ ਕਮਾਉਣਗੇ ਡੰਡੀ। ਰੂਸ ਤੇ ਚੀਨ ਨੂੰ ਵੀ ਅਜਿਹੇ ਮਾਹੌਲ ਤੋਂ ਫਾਇਦਾ ਪਹੁੰਚਦਾ ਹੈ ਡੰਡੀ। ਭਾਰਤ ਦੁਆਰਾ ਦਰਾਮਦ ਕੀਤੇ ਜਾਣ ਵਾਲੇ ਜੰਗੀ ਸਾਜ਼ੋ ਸਾਮਾਨ ਦਾ 45% ਹਿੱਸਾ ਰੂਸ ਤੋਂ ਆਉਂਦਾ ਹੈ ਡੰਡੀ। ਵੱਡੀ ਗਿਣਤੀ ਵਿੱਚ ਦੇਸ਼ ਜੰਗ ਨਹੀਂ ਚਾਹੁੰਦੇ, ਪਰ ਉਹਨਾਂ ਨੂੰ ਆਪਸ ਵਿੱਚ ਲੜਾਇਆ ਜਾਂਦਾ ਹੈ ਡੰਡੀ। ਅਮਰੀਕਾ ਨੇ ਇਰਾਕ ਦੀ ਜੰਗ ਵਿੱਚ $750 ਬਿਲੀਅਨ ਤੋਂ ਵੱਧ ਪੈਸੇ ਖਰਚੇ ਸਨ ਡੰਡੀ। ਮਾਹਿਰਾਂ ਅਨੁਸਾਰ ਇਸ ਤੋਂ ਅੱਧੇ ਸਰਮਾਏ ਦੇ ਨਿਵੇਸ਼ ਨਾਲ ਸਾਰੀ ਦੁਨੀਆ ਵਿੱਚ ਭੁੱਖਮਰੀ, ਸਿੱਖਿਆ ਤੇ ਸਿਹਤ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ ਡੰਡੀ। ਅਮਰੀਕਾ, ਰੂਸ, ਚੀਨ ਅਤੇ ਹੋਰ ਵੱਡੇ ਦੇਸ਼ਾਂ ਨੂੰ ਫੌਜੀ ਕਾਰਵਾਈਆਂ ਦੌਰਾਨ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਡੰਡੀ। ਦੁਨੀਆ ਦੀਆਂ ਜਮਹੂਰੀ ਤਾਕਤਾਂ ਨੂੰ ਅਮਨ ਦੇ ਹੱਕ ਵਿੱਚ ਲਾਮਬੰਦ ਹੋਣ ਦੀ ਜ਼ਰੂਰਤ ਹੈ ਡੰਡੀ। ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਭਖਦਾ ਮੁੱਦਾ ਹੈ ਡੰਡੀ। ਦੇਸ਼ ਦੇ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ RBI ਦੇ ਸਾਬਕਾ ਡਿਪਟੀ ਗਵਰਨਰ ਵਿਰਲ ਆਚਾਰੀਆ ਅਨੁਸਾਰ ਦੇਸ਼ ਦੇ 5 ਪ੍ਰਮੁੱਖ ਸਨਅਤੀ ਅਦਾਰੇ ਆਪਣੀਆਂ ਵਸਤਾਂ ਤੇ ਸੇਵਾਵਾਂ ਦੂਸਰਿਆਂ ਅਦਾਰਿਆਂ ਨਾਲੋਂ ਕਾਫੀ ਮਹਿੰਗੇ ਭਾਅ ਤੇ ਵੇਚਦੇ ਹਨ, ਜਿਸ ਕਾਰਨ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਡੰਡੀ। ਵਿਰਲ ਆਚਾਰੀਆ ਉੱਘਾ ਅਰਥ ਸ਼ਾਸਤਰੀ ਹੈ ਅਤੇ ਵਿਦੇਸ਼ਾਂ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਅਰਥ ਸ਼ਾਸਤਰ ਦਾ ਪ੍ਰੋਫੈਸਰ ਰਿਹਾ ਹੈ ਡੰਡੀ। ਪੈਰਾ ਚੇਂਜ 2017 ਵਿੱਚ ਉਸ ਨੂੰ 3 ਸਾਲਾਂ ਲਈ RBI ਦਾ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਸੀ, ਪਰ ਉਸਨੇ 2019 ਵਿੱਚ ਆਪਣੇ ਅਹੁਦੇ ਦੀ ਮਿਆਦ ਖਤਮ ਹੋਣ ਤੋਂ 6 ਮਹੀਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਡੰਡੀ। ਭਾਰਤ ਦੇ ਵਿੱਤੀ ਬਾਜ਼ਾਰ ਬਾਰੇ ਭਾਸ਼ਣ ਦਿੰਦਿਆਂ ਆਚਾਰੀਆ ਨੇ ਕਿਹਾ, 5 ਵੱਡੀਆਂ ਕੰਪਨੀਆਂ ਆਪਣੀਆਂ ਬਣਾਈਆਂ ਵਸਤਾਂ ਦੀ ਬਾਜ਼ਾਰ ਵਿੱਚ ਵਿਕਰੀ ਕਰਦੇ ਸਮੇਂ ਆਪਣਾ ਮੁਕਾਬਲਾ ਕਰਨ ਵਾਲੀਆਂ ਕੰਪਨੀਆਂ ਤੋਂ ਕਾਫੀ ਜ਼ਿਆਦਾ ਕੀਮਤ ਵਸੂਲ ਕਰਦੀਆਂ ਹਨ ਡੰਡੀ। ਉਸਨੇ ਇਸ ਸਬੰਧ ਵਿੱਚ ਰਿਲਾਇੰਸ, ਟਾਟਾ, ਆਦਿਤਿਆ ਬਿਰਲਾ ਗਰੁੱਪ, ਅਡਾਨੀ ਗਰੁੱਪ ਅਤੇ ਭਾਰਤੀ ਟੈਲੀਕਾਮ ਵੱਲ ਇਸ਼ਾਰਾ ਕੀਤਾ ਡੰਡੀ। ਆਚਾਰੀਆ ਨੇ ਕਿਹਾ ਕਿ ਇਉਂ ਲੱਗਦਾ ਹੈ ਕਿ ਅਜਿਹੀ ਸਨਅਤੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਨਾਲ ਇਹਨਾਂ ਗਰੁੱਪਾਂ ਨੂੰ ਸੈਮਸੰਗ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੋਵੇ ਡੰਡੀ। 1960ਵਿਆਂ ਵਿੱਚ ਦੱਖਣੀ ਕੋਰੀਆ ਵਿੱਚ ਕੁਝ ਅਮੀਰ ਘਰਾਣਿਆਂ, ਜਿਨ੍ਹਾਂ ਨੂੰ ਚਾਈਬੋਲ ਕਿਹਾ ਜਾਂਦਾ ਸੀ, ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕੀਤਾ ਡੰਡੀ। ਇਹ ਨੀਤੀ ਰਾਸ਼ਟਰਪਤੀ ਪਾਰਕ ਚੰਗ ਲੀ ਦੇ ਰਾਜਕਾਲ ਦੌਰਾਨ ਅਪਣਾਈ ਗਈ ਡੰਡੀ।
ਫੌਜੀ ਜਰਨੈਲ ਪਾਰਕ ਚੰਗ ਲੀ ਨੇ 1961 ਵਿੱਚ ਰਾਜ ਪਲਟਾ ਕਰਕੇ ਹਕੂਮਤ ਦੀ ਵਾਗਡੋਰ ਆਪਣੇ ਹੱਥ ਵਿੱਚ ਲੈ ਲਈ ਸੀ। ਡੰਡੀ ਇਸ ਨੀਤੀ ਅਨੁਸਾਰ ਹੁੰਡਈ ਸਟਾਪ ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 90 ਸ਼ਬਦ ਪ੍ਰਤੀ ਮਿੰਟ ਵੀ ਰੈਡੀ। ਸਟਾਰਟ। ਸੈਮਸੰਗ, LG, SK ਅਤੇ ਕੁਝ ਹੋਰ ਕੰਪਨੀਆਂ ਨੂੰ ਦੂਸਰੀਆਂ ਕੰਪਨੀਆਂ ਦੇ ਮੁਕਾਬਲੇ ਜ਼ਿਆਦਾ ਸਹੂਲਤਾਂ ਤੇ ਕਰਜ਼ੇ ਦੇ ਕੇ ਬਹੁਤ ਵੱਡੀਆਂ ਕੰਪਨੀਆਂ ਬਣਾਇਆ ਗਿਆ। ਡੰਡੀ ਨੀਤੀ ਦਾ ਸਾਰ ਇਹ ਸੀ ਕਿ ਬਹੁਤ ਵੱਡੀਆਂ ਕੰਪਨੀਆਂ ਦੇਸ਼ ਵਿੱਚ ਤਰੱਕੀ ਦੇ ਇੰਜਣ ਬਣਨਗੀਆਂ। ਡੰਡੀ ਇਹਨਾਂ ਕੰਪਨੀਆਂ ਨੇ ਅਜਿਹੇ ਕਾਰੋਬਾਰ ਸਥਾਪਿਤ ਕੀਤੇ ਜਿਨ੍ਹਾਂ ਦੇ ਉਤਪਾਦ ਦੂਸਰੇ ਦੇਸ਼ਾਂ ਵਿੱਚ ਭੇਜੇ ਜਾਂਦੇ ਹਨ। ਡੰਡੀ ਉਦਾਹਰਨ ਦੇ ਤੌਰ 'ਤੇ ਦੱਖਣੀ ਕੋਰੀਆ ਤੋਂ ਬਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਦਾ 20% ਸੈਮਸੰਗ ਕੰਪਨੀ ਦੀਆਂ ਬਣੀਆਂ ਹੁੰਦੀਆਂ ਹਨ। ਡੰਡੀ ਸਰਕਾਰ ਅਜਿਹੀਆਂ ਨੀਤੀਆਂ ਬਣਾਉਂਦੀ ਹੈ ਜਿਨ੍ਹਾਂ ਨਾਲ ਇਹਨਾਂ ਕੰਪਨੀਆਂ ਨੂੰ ਵਿਦੇਸ਼ੀ ਕੰਪਨੀਆਂ ਦੇ ਮੁਕਾਬਲੇ ਤੋਂ ਬਚਾਇਆ ਜਾਵੇ। ਡੰਡੀ ਵਿਰਲ ਆਚਾਰੀਆ ਅਨੁਸਾਰ ਭਾਰਤ ਵਿੱਚ ਵੀ ਅਜਿਹੀਆਂ ਕੰਪਨੀਆਂ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਜੋ ਵੱਡੀ ਪੱਧਰ 'ਤੇ ਕਾਰੋਬਾਰ ਕਰ ਸਕਣ। ਡੰਡੀ ਕਈ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਦੱਖਣੀ ਕੋਰੀਆ ਅਤੇ ਭਾਰਤ ਦੇ ਸਨਅਤੀ ਘਰਾਣਿਆਂ ਵਿੱਚ ਕਾਫੀ ਅੰਤਰ ਹਨ। ਡੰਡੀ ਦੱਖਣੀ ਕੋਰੀਆ ਦੀਆਂ ਕੰਪਨੀਆਂ ਨੇ ਖੋਜ ਕਰਨ ਦੇ ਕਾਰਜ ਵਿੱਚ ਵੱਡੀ ਪੱਧਰ 'ਤੇ ਪੈਸੇ ਲਗਾਏ ਅਤੇ ਵਿਸ਼ਵ ਪੱਧਰ 'ਤੇ ਉਤਪਾਦ ਪੈਦਾ ਕੀਤੇ। ਡੰਡੀ ਭਾਰਤ ਦੀਆਂ ਕੰਪਨੀਆਂ ਖੋਜ ਕਾਰਜਾਂ ਵਿੱਚ ਪੈਸਾ ਲਗਾਉਣ ਤੋਂ ਝਿਜਕਦੀਆਂ ਰਹੀਆਂ ਹਨ। ਡੰਡੀ ਬਹੁਤ ਸਾਰੇ ਕੰਮਾਂ ਅਤੇ ਵਿਕਾਸ ਲਈ ਵਿਦੇਸ਼ੀ ਤਕਨਾਲੋਜੀ ਉਧਾਰੀ ਲੈ ਲਈ ਜਾਂਦੀ ਹੈ ਅਤੇ ਦੇਸੀ ਤਕਨਾਲੋਜੀ ਉੱਨਤ ਨਹੀਂ ਕੀਤੀ ਗਈ। ਡੰਡੀ ਦੇਸ਼ ਦੇ ਵੱਡੇ ਸਨਅਤਕਾਰਾਂ ਨੇ ਯੂਨੀਵਰਸਿਟੀਆਂ ਅਤੇ ਖੋਜ ਅਦਾਰਿਆਂ ਨਾਲ ਵੀ ਬਹੁਤ ਘੱਟ ਸਾਂਝ ਪਾਈ ਹੈ। ਡੰਡੀ ਸਨਅਤ ਅਤੇ ਖੋਜ ਅਦਾਰਿਆਂ ਵਿੱਚ ਸਾਂਝ ਤੋਂ ਬਿਨਾਂ ਦੇਸ਼ ਦੀਆਂ ਲੋੜਾਂ ਮੁਤਾਬਿਕ ਵਿਕਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਡੰਡੀ ਇਸ ਤੋਂ ਇਲਾਵਾ ਦੱਖਣੀ ਕੋਰੀਆ ਅਤੇ ਭਾਰਤ ਦੇ ਅਰਥਚਾਰਿਆਂ ਅਤੇ ਇਤਿਹਾਸਕ ਤੇ ਸਮਾਜਿਕ ਹਾਲਾਤ ਵਿੱਚ ਵੀ ਵੱਡੇ ਅੰਤਰ ਹਨ। ਡੰਡੀ ਦੱਖਣੀ ਕੋਰੀਆ ਵਿੱਚ ਲੰਮੇ ਸਮੇਂ 1962 ਤੋਂ 1987 ਤੱਕ ਫੌਜੀ ਤਾਨਾਸ਼ਾਹਾਂ ਨੇ ਰਾਜ ਕੀਤਾ ਹੈ। ਡੰਡੀ ਇਸ ਦੇ ਮੁਕਾਬਲੇ ਭਾਰਤ ਇੱਕ ਜਮਹੂਰੀ ਦੇਸ਼ ਹੈ ਜਿਸ ਦੀ 50% ਵਸੋਂ ਅਜੇ ਵੀ ਖੇਤੀ ਅਤੇ ਖੇਤੀ ਨਾਲ ਸੰਬੰਧਿਤ ਕਿੱਤਿਆਂ 'ਤੇ ਨਿਰਭਰ ਕਰਦੀ ਹੈ। ਡੰਡੀ ਇਸ ਤੋਂ ਇਲਾਵਾ ਅਮਰੀਕਾ ਦੱਖਣੀ ਕੋਰੀਆ ਨੂੰ ਵੱਡੇ ਪੱਧਰ 'ਤੇ ਸਮਰਥਨ ਅਤੇ ਸਹਾਇਤਾ ਦਿੰਦਾ ਰਿਹਾ ਹੈ। ਡੰਡੀ ਖਪਤਕਾਰਾਂ ਦੇ ਹਿੱਤ ਵਿੱਚ ਇਹ ਹੈ ਕਿ ਕਿਸੇ ਵੀ ਸਨਅਤੀ ਅਦਾਰੇ ਨੂੰ ਅਜਿਹੀਆਂ ਸਹੂਲਤਾਂ ਜਾਂ ਸੁਰੱਖਿਆ ਨਾ ਦਿੱਤੀ ਜਾਵੇ ਜਿਸ ਨਾਲ ਉਹ ਆਪਣੀਆਂ ਬਣਾਈਆਂ ਵਸਤਾਂ ਦੂਸਰੇ ਸਨਅਤੀ ਅਦਾਰਿਆਂ ਦੇ ਮੁਕਾਬਲੇ ਮਹਿੰਗੇ ਭਾਅ 'ਤੇ ਵੇਚ ਸਕੇ। ਡੰਡੀ ਦੇਸ਼ ਦੇ ਛੋਟੇ ਅਤੇ ਬਹੁਤ ਛੋਟੇ ਕਾਰੋਬਾਰੀ 94% ਕਿਰਤੀਆਂ ਨੂੰ ਰੁਜ਼ਗਾਰ ਦਿੰਦੇ ਹਨ। ਡੰਡੀ ਦੇਸ਼ ਛੋਟੇ ਤੇ ਮੱਧ ਵਰਗ ਦੀਆਂ ਸਨਅਤਾਂ ਤੇ ਕਾਰੋਬਾਰਾਂ ਨੂੰ ਪ੍ਰਫੁੱਲਤ ਕਰਕੇ ਹੀ ਤਰੱਕੀ ਕਰ ਸਕਦਾ ਹੈ। ਡੰਡੀ ਸਾਲ 1947 ਵਿੱਚ ਭਾਰਤ ਰਾਜਨੀਤਿਕ ਤੌਰ 'ਤੇ ਆਜ਼ਾਦ ਹੋ ਗਿਆ ਸੀ। ਡੰਡੀ ਇਸ ਨੂੰ ਵਿਉਂਤਬੱਧ ਢੰਗ ਨਾਲ ਚਲਾਉਣ ਵਾਸਤੇ 1950 ਵਿੱਚ ਸੰਵਿਧਾਨ ਲਾਗੂ ਕਰਕੇ ਲੋਕਤੰਤਰ ਦੀ ਨੀਂਹ ਰੱਖੀ ਗਈ। ਡੰਡੀ ਸੰਵਿਧਾਨ ਵਿੱਚ ਸਪਸ਼ਟ ਲਿਖਿਆ ਹੈ ਕਿ ਭਾਰਤ ਵਿੱਚ ਰਹਿੰਦਾ ਹਰ ਨਾਗਰਿਕ
ਹਰ ਪੱਖ ਤੋਂ ਬਰਾਬਰ ਹੈ। ਡੰਡੀ ਭਾਵ ਕਿਸੇ ਵੀ ਨਾਗਰਿਕ ਪ੍ਰਤੀ ਜਾਤ, ਰੰਗ, ਫਿਰਕੇ, ਨਸਲ, ਧਰਮ ਅਤੇ ਲਿੰਗ ਦੇ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ। ਡੰਡੀ ਇਸ ਦਾ ਅਰਥ ਹੈ ਸਾਰੇ ਮਰਦ ਔਰਤ ਬਰਾਬਰ ਹਨ। ਡੰਡੀ ਇਸ ਰਾਜਨੀਤਿਕ ਸਿਧਾਂਤ ਨੂੰ ਅਮਲੀ ਜਾਮਾ ਸਮਾਜ ਨੇ ਪਹਿਨਾਉਣਾ ਹੁੰਦਾ ਹੈ, ਪਰ ਸਾਡੇ ਮਰਦ ਪ੍ਰਧਾਨ ਸਮਾਜ ਸਟਾਪ ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 95 ਸ਼ਬਦ ਪ੍ਰਤੀ ਮਿੰਟ ਵੀ ਰੈਡੀ। ਸਟਾਰਟ। ਵਿੱਚ ਔਰਤ ਨੂੰ ਦੂਜੇ ਦਰਜੇ ਦੀ ਨਾਗਰਿਕ ਸਮਝਿਆ ਜਾਂਦਾ ਹੈ। ਡੰਡੀ 8 ਮਾਰਚ ਨੂੰ ਹਰ ਸਾਲ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡੰਡੀ ਕਿਸੇ ਖਾਸ ਮੁੱਦੇ ਬਾਰੇ ਵਿਚਾਰ ਚਰਚਾ ਕੀਤੀ ਜਾਂਦੀ ਹੈ। ਡੰਡੀ ਸਾਲ 2023 ਲਈ ਵਿਸ਼ਾ ਹੈ ਆਰਥਿਕ ਤੇ ਸਮਾਜਿਕ ਨਾ ਬਰਾਬਰੀ ਨੂੰ ਵਧਾਉਣ ਵਿੱਚ ਲਿੰਗ ਆਧਾਰਿਤ ਡਿਜੀਟਲ ਪਾੜੇ ਦਾ ਪ੍ਰਭਾਵ। ਡੰਡੀ ਡਿਜੀਟਲ ਤਕਨੀਕ ਨਾਲ ਭਾਵੇਂ ਮਨੁੱਖ ਨੇ ਕਈ ਪ੍ਰਕਾਰ ਦੀਆਂ ਕੁਦਰਤੀ ਆਫਤਾਂ ਅਤੇ ਚੁਣੌਤੀਆਂ 'ਤੇ ਜਿੱਤ ਪ੍ਰਾਪਤ ਕੀਤੀ ਹੈ, ਇਸ ਨਾਲ ਵਿਕਾਸ ਦੇ ਨਵੇਂ ਰਾਹ ਖੁੱਲ੍ਹਦੇ ਹਨ। ਪਰ ਕੀ ਇਹ ਅਤੀ ਆਧੁਨਿਕ ਤਕਨੀਕਾਂ ਤੇ ਕਾਢਾਂ ਲਿੰਗਕ ਸੰਵੇਦਨਸ਼ੀਲ ਅਤੇ ਲਿੰਗਕ ਜਵਾਬਦੇਹ ਹਨ? ਪ੍ਰਸ਼ਨ ਚਿੰਨ੍ਹ। ਕੀ ਡਿਜੀਟਾਈਜ਼ੇਸ਼ਨ ਦੀ ਦੌੜ ਵਿੱਚ ਸਮਾਜਿਕ ਆਰਥਿਕ ਪਾੜਾ ਹੋਰ ਨਹੀਂ ਵਧੇਗਾ? ਪ੍ਰਸ਼ਨ ਚਿੰਨ੍ਹ। ਔਰਤ ਦੀ ਸਰੀਰਕ, ਮਾਨਸਿਕ ਅਤੇ ਸੋਸ਼ਲ ਸੁਰੱਖਿਆ ਹੋਰ ਵੀ ਖਤਰੇ ਵਿੱਚ ਨਹੀਂ ਜਾਵੇਗੀ? ਪ੍ਰਸ਼ਨ ਚਿੰਨ੍ਹ। ਔਰਤ ਲਈ ਰੁਜ਼ਗਾਰ ਖੁੱਸਣ ਦੇ ਮੌਕੇ ਨਹੀਂ ਵਧਣਗੇ? ਪ੍ਰਸ਼ਨ ਚਿੰਨ੍ਹ। ਇਹਨਾਂ ਸਵਾਲਾਂ ਦੇ ਜਵਾਬ ਲੱਭਣ ਤੋਂ ਪਹਿਲਾਂ 8 ਮਾਰਚ ਦੇ ਇਤਿਹਾਸਕ ਪਿਛੋਕੜ ਵੱਲ ਝਾਤ ਮਾਰਨੀ ਜ਼ਰੂਰੀ ਹੈ। ਡੰਡੀ ਔਰਤ ਨਾਲ ਪੱਖਪਾਤੀ ਰਵੱਈਆ ਸਦੀਆਂ ਤੋਂ ਚੱਲ ਰਿਹਾ ਹੈ। ਡੰਡੀ ਔਰਤਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਵਧੀਕੀਆਂ ਵਿਰੁੱਧ ਨਿਊਯਾਰਕ ਦੀਆਂ ਔਰਤਾਂ ਨੇ 1908-9 ਵਿੱਚ ਬਰਾਬਰੀ ਦੇ ਅਧਿਕਾਰ ਪ੍ਰਾਪਤ ਕਰਨ ਵਾਸਤੇ ਆਵਾਜ਼ ਉਠਾਈ। ਡੰਡੀ 1910 ਵਿੱਚ ਜਰਮਨੀ ਦੀ ਸੋਸ਼ਲਿਸਟਿਕ ਡੈਮੋਕ੍ਰੇਟਿਕ ਪਾਰਟੀ ਦੀ ਔਰਤ ਲੀਡਰ ਕਲਾਰਾ ਜ਼ੈਟਕਿਨ ਨੇ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਦੇ ਇਕੱਠ ਦੌਰਾਨ ਔਰਤ ਦਿਵਸ ਦਾ ਵਿਚਾਰ ਕੀਤਾ। ਡੰਡੀ 1911 ਵਿੱਚ ਕੁਝ ਹੋਰ ਦੇਸ਼ ਵੀ ਇਸ ਨਾਲ ਸਹਿਮਤ ਹੋ ਗਏ। ਡੰਡੀ ਇਸ ਤੋਂ ਬਾਅਦ 1913-14 ਵਿੱਚ ਰੂਸੀ ਔਰਤਾਂ ਨੇ ਪਹਿਲੀ ਸੰਸਾਰ ਜੰਗ ਦੌਰਾਨ ਤਬਾਹੀ ਨੂੰ ਦੇਖਦਿਆਂ ਸ਼ਾਂਤੀ ਬਹਾਲੀ ਲਈ 23 ਫਰਵਰੀ ਨੂੰ ਔਰਤ ਦਿਵਸ ਦਾ ਸੱਦਾ ਦਿੱਤਾ। ਡੰਡੀ 1975 ਨੂੰ ਸੰਯੁਕਤ ਰਾਸ਼ਟਰ ਨੇ ਸਭ ਤੋਂ ਪਹਿਲਾਂ ਔਰਤ ਦਿਵਸ ਮਨਾਇਆ ਅਤੇ ਇਸ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਔਰਤਾਂ ਦੀਆਂ ਕਾਨਫਰੰਸਾਂ ਸ਼ੁਰੂ ਹੋ ਗਈਆਂ। ਡੰਡੀ ਪੈਰਾ ਚੇਂਜ। 1977 ਵਿੱਚ ਔਰਤਾਂ ਦੀ ਜਨਰਲ ਅਸੈਂਬਲੀ ਨੇ ਮੈਂਬਰ ਸਟੇਟਾਂ ਦੀਆਂ ਆਪੋ ਆਪਣੀਆਂ ਰਵਾਇਤਾਂ ਅਨੁਸਾਰ ਔਰਤ ਦਿਵਸ ਮਨਾਉਣ ਦਾ ਫੈਸਲਾ ਕੀਤਾ। ਡੰਡੀ ਭਾਰਤ ਨੇ 1975 ਤੋਂ 85 ਨੂੰ ਔਰਤਾਂ ਨੂੰ ਸਮਰਪਿਤ ਦਹਾਕੇ ਵਜੋਂ ਮਨਾਇਆ। ਡੰਡੀ ਪਹਿਲੀ ਕੌਮਾਂਤਰੀ ਕਾਨਫਰੰਸ ਔਰਤਾਂ ਦੇ ਮੁੱਢਲੇ ਅਧਿਕਾਰਾਂ ਅਤੇ ਕੌਮਾਂਤਰੀ ਸ਼ਾਂਤੀ ਦੇ ਮੁੱਦੇ ਨੂੰ ਲੈ ਕੇ 1975 ਵਿੱਚ ਮੈਕਸੀਕੋ ਵਿੱਚ ਹੋਈ। ਡੰਡੀ ਦੂਜੀ UN ਵਿਮੈਨ ਕਾਨਫਰੰਸ 1980 ਵਿੱਚ ਕੋਪਨਹੇਗਨ ਅਤੇ ਤੀਜੀ 1985 ਵਿੱਚ ਨੈਰੋਬੀ ਵਿੱਚ ਹੋਈ। ਡੰਡੀ ਇਹਨਾਂ ਕਾਨਫਰੰਸਾਂ ਵਿੱਚ ਮੁੱਖ ਮੁੱਦੇ ਬਰਾਬਰ ਕੰਮ ਲਈ ਬਰਾਬਰ ਉਜਰਤ, ਔਰਤਾਂ ਵਿਰੁੱਧ ਹਿੰਸਾ, ਜ਼ਮੀਨ ਦੀ ਮਾਲਕੀ ਅਤੇ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਸਨ। ਡੰਡੀ 1955 ਵਿੱਚ ਪੇਈਚਿੰਗ ਵਿੱਚ ਚੌਥੀ ਕਾਨਫਰੰਸ ਮੀਲ ਪੱਥਰ ਹੋ ਨਿਬੜੀ। ਡੰਡੀ ਇਸ ਕਾਨਫਰੰਸ ਵਿੱਚ 12 ਤੋਂ ਵੱਧ ਮੁੱਦਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਜਿਹੜੇ ਔਰਤ ਦੇ ਸ਼ਕਤੀਕਰਨ ਅਤੇ ਮਰਦ ਔਰਤ ਵਿਚਲੀ ਬਰਾਬਰੀ ਯਕੀਨੀ ਬਣਾਉਣ ਬਾਰੇ ਸਨ। ਡੰਡੀ ਇੱਕ ਕਾਰਵਾਈ ਯੋਜਨਾ
ਐਕਸ਼ਨ ਪਲਾਨ ਤਹਿਤ ਪ੍ਰਣ ਲਿਆ ਕਿ ਔਰਤ ਨਾਲ ਹੁੰਦੀ ਹਰ ਪ੍ਰਕਾਰ ਦੀ ਹਿੰਸਾ ਅਤੇ ਵਿਤਕਰਾ ਜੜੋਂ ਖਤਮ ਕਰਨਾ ਹੈ ਡੰਡੀ। ਇਸ ਕਾਨਫਰੰਸ ਵਿੱਚ 17,000 ਤੋਂ ਵੱਧ ਔਰਤਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿੱਚ 6,000 ਸਰਕਾਰੀ ਡੈਲੀਗੇਟ ਤੇ 4,000 ਤੋਂ ਵੱਧ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਨੇ ਭਾਗ ਲਿਆ ਡੰਡੀ। 5 ਸਾਲਾਂ ਬਾਅਦ 2000 ਵਿੱਚ UN ਦੀ ਜਨਰਲ ਅਸੈਂਬਲੀ ਨੇ ਪਹਿਲਾਂ ਤੋਂ ਬਣੀ ਯੋਜਨਾ ਉੱਪਰ ਵਿਚਾਰ ਵਟਾਂਦਰਾ ਕਰਦਿਆਂ 21ਵੀਂ ਸਦੀ ਦੀ ਔਰਤ ਲਈ ਬਰਾਬਰੀ, ਵਿਕਾਸ ਅਤੇ ਸ਼ਾਂਤੀ ਦੇ ਵਿਸ਼ੇ ਉੱਪਰ ਵਿਚਾਰ ਕਰਨ ਦਾ ਸੱਦਾ ਦਿੱਤਾ ਡੰਡੀ। ਇਸ ਤੋਂ ਬਾਅਦ ਹਰ 5 ਸਾਲਾਂ ਬਾਅਦ ਸਮਾਜ ਵਿੱਚ ਔਰਤ ਦੇ ਦਰਜੇ ਵਿੱਚ ਸਟਾਪ ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 100 ਸ਼ਬਦ ਪ੍ਰਤੀ ਮਿੰਟ। ਬੀ ਰੈਡੀ ਸਟਾਰਟ। ਰਹੀ ਤਬਦੀਲੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਡੰਡੀ। ਇਸੇ ਲੜੀ ਵਿੱਚ 2020 ਨੂੰ ਵੱਖ-ਵੱਖ ਥਾਵਾਂ 'ਤੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਸਭਾਵਾਂ ਅਤੇ ਸਮਾਗਮ ਕੀਤੇ ਡੰਡੀ। ਇਹਨਾਂ ਵਿੱਚ 25 ਸਾਲਾਂ ਦੌਰਾਨ ਹੋਈ ਪ੍ਰਾਪਤੀ ਦਾ ਲੇਖਾ ਜੋਖਾ ਕੀਤਾ ਗਿਆ ਡੰਡੀ। ਅੱਜ ਔਰਤ ਆਪਣੀ ਮਿਹਨਤ ਤੇ ਲਿਆਕਤ ਸਦਕਾ ਭਾਵੇਂ ਹਰ ਕਿੱਤੇ ਅਤੇ ਖਿੱਤੇ ਵਿੱਚ ਪ੍ਰਤਿਭਾ ਦੇ ਜੌਹਰ ਦਿਖਾ ਰਹੀ ਹੈ, ਪਰ ਅਜੇ ਵੀ ਇਸ ਨੂੰ ਆਰਥਿਕ ਤੌਰ 'ਤੇ ਮਰਦਾਂ ਵਾਂਗ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਵਾਲੀ ਦਾ ਦਰਜਾ ਨਹੀਂ ਮਿਲਿਆ ਡੰਡੀ। ਨੈਸ਼ਨਲ ਸੈਂਪਲ ਸਰਵੇ ਆਰਗਨਾਈਜੇਸ਼ਨ ਦੇ ਅਧਿਐਨ ਅਨੁਸਾਰ ਕੁੱਲ ਔਰਤਾਂ ਦਾ ਕੇਵਲ 29-30% ਹੀ ਰੁਜ਼ਗਾਰ ਵਿੱਚ ਹੈ ਡੰਡੀ। ਉਹਨਾਂ ਵਿੱਚ ਵੀ ਬਹੁਤੀਆਂ ਸਵੈ ਰੁਜ਼ਗਾਰ ਅਤੇ ਗੈਰ ਜਥੇਬੰਦ ਖੇਤਰ ਵਿੱਚ ਹਨ ਡੰਡੀ। ਇਸ ਤੋਂ ਇਲਾਵਾ ਉੱਚ ਅਹੁਦਿਆਂ ਉੱਪਰ ਉਹਨਾਂ ਦੀ ਹਾਜ਼ਰੀ ਨਾਮਾਤਰ ਹੀ ਹੈ ਡੰਡੀ। ਅਮਰੀਕਾ ਤੋਂ ਛਪਦੇ ਜਰਨਲ ਫੋਰਬਸ ਅਨੁਸਾਰ ਅਮਰੀਕਾ ਦੀਆਂ ਪਹਿਲੇ 20 ਰੈਂਕ 'ਤੇ ਆਉਂਦੀਆਂ ਯੂਨੀਵਰਸਿਟੀਆਂ ਵਿੱਚੋਂ ਸਾਲ 2023 ਦੌਰਾਨ 11 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਜਾਂ ਮੁਖੀ ਔਰਤਾਂ ਹੋਣਗੀਆਂ, ਜਿੱਥੇ 10 ਸਾਲ ਪਹਿਲਾਂ ਕੇਵਲ 5 ਔਰਤਾਂ ਇਸ ਅਹੁਦੇ 'ਤੇ ਤਾਇਨਾਤ ਸਨ ਡੰਡੀ। ਇਹ ਔਰਤਾਂ ਦੀ ਪ੍ਰਾਪਤੀ ਹੀ ਹੈ, ਪਰ ਗੱਲ ਇੰਨੀ ਵੀ ਖੁਸ਼ ਹੋਣ ਵਾਲੀ ਨਹੀਂ ਡੰਡੀ। ਇਸੇ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਪਹਿਲੇ ਦਰਜੇ 'ਤੇ ਆਉਂਦੀਆਂ 130 ਦੇ ਲਗਭਗ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ PhD ਦੀ ਡਿਗਰੀ ਹੋਣ ਦੇ ਬਾਵਜੂਦ ਕੇਵਲ 22% ਹੀ ਵਾਈਸ ਚੇਅਰਮੈਨ, ਪ੍ਰੈਜ਼ੀਡੈਂਟ ਜਾਂ ਵਾਈਸ ਚਾਂਸਲਰ ਹਨ ਡੰਡੀ। ਇਹ ਪਾੜਾ ਸਿਆਹ ਰੰਗ ਦੀਆਂ ਔਰਤਾਂ ਪ੍ਰਤੀ ਹੋਰ ਵੀ ਵਧੇਰੇ ਹੈ, ਜਿਨ੍ਹਾਂ ਦਾ ਅਨੁਪਾਤ ਕੇਵਲ 5% ਹੈ ਡੰਡੀ। ਜਾਪਾਨ ਵਿੱਚ ਪ੍ਰਾਈਵੇਟ ਕੰਪਨੀਆਂ ਵਿੱਚ ਕੇਵਲ 2% ਔਰਤਾਂ ਹੀ ਸਿਖਰਲੇ ਅਹੁਦਿਆਂ 'ਤੇ ਹਨ ਡੰਡੀ। ਰੁਜ਼ਗਾਰ ਪ੍ਰਾਪਤੀ ਵੇਲੇ ਪੱਖਪਾਤ, ਮਿਹਨਤਾਨੇ ਦੀ ਅਦਾਇਗੀ ਵਿੱਚ ਅਸਮਾਨਤਾ ਆਦਿ ਹਰ ਥਾਂ ਪ੍ਰਚਲਿਤ ਹੈ ਡੰਡੀ। ਪੈਰਾ ਚੇਂਜ। ਸਿੱਖਿਆ ਦੇ ਖੇਤਰ ਵਿੱਚ ਕੁੜੀਆਂ ਦੀ ਕਾਰਗੁਜ਼ਾਰੀ ਮੁੰਡਿਆਂ ਨਾਲੋਂ ਬਿਹਤਰ ਹੈ, ਪਰ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਚੋਣਵੇਂ ਵਿਸ਼ੇ ਮੁਕਾਬਲਤਨ ਮਹਿੰਗੇ ਹੋਣ ਕਾਰਨ ਬਹੁਤ ਘੱਟ ਪਰਿਵਾਰਾਂ ਦੀਆਂ ਕੁੜੀਆਂ ਇਹਨਾਂ ਦੀ ਚੋਣ ਕਰ ਸਕਦੀਆਂ ਹਨ ਡੰਡੀ। ਕੇਵਲ 35% ਕੁੜੀਆਂ ਇਹਨਾਂ ਵਿਸ਼ਿਆਂ ਵਿੱਚ ਹਨ, ਜਿਨ੍ਹਾਂ ਵਿੱਚੋਂ 3% ਹੀ ਸੂਚਨਾ ਅਤੇ ਪ੍ਰਸਾਰਣ ਤਕਨੀਕ ਵਿੱਚ ਹਨ ਡੰਡੀ। ਗਰੀਬ ਪਰਿਵਾਰਾਂ ਦੀਆਂ ਹਾਸ਼ੀਏ 'ਤੇ ਆਉਂਦੀਆਂ ਕੁੜੀਆਂ ਨੂੰ ਪੱਖਪਾਤ ਦਾ ਵਧੇਰੇ ਸਾਹਮਣਾ ਕਰਨਾ ਪੈਂਦਾ ਹੈ ਡੰਡੀ। ਸਾਖਰਤਾ ਦਰ ਵਿਚਾਲੇ 16-17% ਦਾ ਅੰਤਰ ਔਰਤ ਦੀ ਸਮਾਜਿਕ ਦਸ਼ਾ ਦਰਸਾਉਂਦਾ ਹੈ ਡੰਡੀ। ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਆਰਥਿਕ ਸਮਾਜਿਕ ਅਸਮਾਨਤਾ ਹਰ ਅਦਾਰੇ ਵਿੱਚ ਮੌਜੂਦ ਹੈ ਡੰਡੀ। ਅਜਿਹੇ ਹਾਲਾਤ ਵਿੱਚ ਮੁੱਢਲੀ ਸਿੱਖਿਆ ਅਤੇ ਤਿਆਰੀ ਤੋਂ ਬਿਨਾਂ ਡਿਜੀਟਾਈਜੇਸ਼ਨ ਨਾਲ ਇਹ ਪਾੜਾ ਹੋਰ ਵਧੇਗਾ ਡੰਡੀ। ਇਹ ਹਾਲਾਤੀ ਅਸੀਂ ਕੋਵਿਡ-19 ਦੌਰਾਨ ਹੰਢਾ ਚੁੱਕੇ ਹਾਂ ਡੰਡੀ। ਆਨਲਾਈਨ ਸਿਸਟਮ ਲਾਗੂ ਹੋਣ ਕਾਰਨ ਸਕੂਲ ਦੀਆਂ ਕਲਾਸਾਂ, ਦਫ਼ਤਰ ਦਾ ਕੰਮ ਸਭ ਕੁਝ
ਘਰੋਂ ਬੈਠੇ ਹੀ ਸ਼ੁਰੂ ਹੋ ਗਿਆ ਡੰਡੀ। ਸਾਰੇ ਕੰਮ ਮੋਬਾਈਲ ਐਪ ਨਾਲ ਕਰਨ ਦਾ ਰੁਝਾਨ ਵਧਿਆ ਡੰਡੀ। ਜ਼ਰੂਰੀ ਵਸਤਾਂ ਦੀ ਖਰੀਦੋ ਫਰੋਖਤ ਵੀ ਆਨਲਾਈਨ ਰਾਹੀਂ ਹੋਣ ਲੱਗੀ ਡੰਡੀ। ਇਸ ਸਾਰੇ ਕੁਝ ਦਾ ਔਰਤ ਦੀ ਜ਼ਿੰਦਗੀ ਉੱਪਰ ਸੁਚਾਰੂ ਘੱਟ ਮਾੜਾ ਅਸਰ ਬਹੁਤਾ ਪਿਆ ਹੈ ਡੰਡੀ। ਇਸ ਅਰਸੇ ਦੌਰਾਨ ਔਰਤਾਂ ਪ੍ਰਤੀ ਹਿੰਸਾ ਦੇ 75% ਵਧੇਰੇ ਕੇਸ ਦਰਜ ਹੋਏ ਡੰਡੀ। ਖਰੀਦੀਆਂ ਵਸਤਾਂ ਵਿੱਚ ਠੱਗੀ ਦੀਆਂ ਘਟਨਾਵਾਂ ਵਧੀਆਂ ਡੰਡੀ। ਹੁਣ ਡਿਜੀਟਾਈਜੇਸ਼ਨ ਨਾਲ ਔਰਤ ਪ੍ਰਤੀ ਹਿੰਸਾ ਦੀਆਂ ਘਟਨਾਵਾਂ ਹੋਰ ਵਧਣਗੀਆਂ ਡੰਡੀ। ਸਾਈਬਰ ਕ੍ਰਾਈਮ ਤੇ ਸਾਈਬਰ ਫਰਾਡ ਦੇ ਨਵੇਂ ਢੰਗ ਈਜਾਦ ਹੋ ਰਹੇ ਹਨ ਡੰਡੀ। ਇੰਟਰਨੈਟ ਜ਼ਰੀਏ ਔਰਤ ਨੂੰ ਬਦਨਾਮ ਕਰਨ ਦਾ ਨਵਾਂ ਤਰੀਕਾ ਚੱਲ ਰਿਹਾ ਹੈ ਸਾਈਬਰ ਬੁਲਿੰਗ ਡੰਡੀ। ਜਿਹੜੀਆਂ ਔਰਤਾਂ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੀਆਂ ਹਨ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਡੰਡੀ। ਇੰਟਰਨੈਟ ਟੈਕਨਾਲੋਜੀ ਅਤੇ ਸੋਸ਼ਲ ਮੀਡੀਆ ਕਾਰਨ ਛੋਟੀ ਹੋ ਗਈ ਦੁਨੀਆ ਵਿੱਚ ਨਿਜਤਾ। ਸਟਾਪ। ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 105 ਸ਼ਬਦ ਪ੍ਰਤੀ ਮਿੰਟ। ਬੀ ਰੈਡੀ। ਸਟਾਰਟ। ਨਿਰਾ ਭਰਮ ਹੈ ਡੰਡੀ। ਜੇ ਤੁਸੀਂ ਕੋਈ ਮਸ਼ਹੂਰ ਹਸਤੀ ਹੋ ਅਤੇ ਔਰਤ ਵੀ ਹੋ ਤਾਂ ਇਹ ਹਾਲਤ ਬਦਤਰ ਹੈ ਡੰਡੀ। UN ਵਿਮੈਨ ਜੈਂਡਰ ਸਨੈਪਸ਼ਾਟ 2022 ਦੀ ਰਿਪੋਰਟ ਅਨੁਸਾਰ ਔਰਤਾਂ ਦੇ ਡਿਜੀਟਲ ਦੁਨੀਆ ਵਿੱਚੋਂ ਲੋਪ ਹੋਣ ਕਾਰਨ ਪਿਛਲੇ ਦਹਾਕੇ ਦੌਰਾਨ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਦੀ ਲਗਭਗ $1 ਟ੍ਰਿਲੀਅਨ ਦੇ ਬਰਾਬਰ ਕੁੱਲ ਘਰੇਲੂ ਉਤਪਾਦ ਦਾ ਨੁਕਸਾਨ ਹੋਇਆ ਹੈ ਡੰਡੀ। ਇਹੀ ਰੁਝਾਨ ਰਿਹਾ ਤਾਂ 2025 ਤੱਕ ਇਹ ਨੁਕਸਾਨ 1.5 ਗੁਣਾ ਹੋ ਸਕਦਾ ਹੈ ਡੰਡੀ। ਦੂਜੇ ਪਾਸੇ ਇਹ ਵੀ ਚਿੰਤਾ ਹੈ ਕਿ ਜੇ ਇਸ ਰੁਝਾਨ ਵਿੱਚ ਤਬਦੀਲੀ ਆਉਂਦੀ ਹੈ ਅਰਥਾਤ ਡਿਜੀਟਲ ਔਰਤਾਂ ਦੀ ਗਿਣਤੀ ਵੱਧਦੀ ਹੈ ਤਾਂ ਆਨਲਾਈਨ ਹਿੰਸਾ ਦੀ ਸਮੱਸਿਆ ਵਧੇਰੇ ਗੰਭੀਰ ਹੋ ਜਾਵੇਗੀ ਡੰਡੀ। ਜਿਸ ਪਾਸੇ ਇਹ ਬੇਲਗਾਮ ਡਿਜੀਟਲ ਕ੍ਰਾਂਤੀ ਸਮਾਜ ਨੂੰ ਲਿਜਾ ਰਹੀ ਹੈ ਉਸ ਨਾਲ ਨਾ ਬਰਾਬਰੀ ਦਾ ਖਦਸ਼ਾ ਹੋਰ ਵਧੇਗਾ ਕਿਉਂਕਿ ਇਸ ਪ੍ਰਕਾਰ ਦੇ ਆਧੁਨਿਕ ਸਾਜ਼ੋ ਸਮਾਨ ਚਲਾਉਣ ਜਾਂ ਵਰਤਣ ਦੀ ਮੁਹਾਰਤ ਨਾ ਤਾਂ ਹਰ ਔਰਤ ਨੂੰ ਹੈ ਅਤੇ ਨਾ ਹੀ ਹਰ ਇੱਕ ਕੋਲ ਇਸ ਦੀ ਪਹੁੰਚ ਹੈ ਡੰਡੀ। ਮੌਜੂਦਾ ਸਿਸਟਮ ਵਿੱਚ ਕੋਈ ਵੀ ਨੀਤੀ ਜਾਂ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਵਾਸਤੇ ਉਸ ਲਈ ਪਹਿਲਾਂ ਧਰਾਤਲ ਪੱਧਰਾ ਕਰਨਾ ਹੁੰਦਾ ਹੈ ਜਾਂ ਹਾਲਾਤ ਪੈਦਾ ਕਰਨੇ ਹੁੰਦੇ ਹਨ ਡੰਡੀ। ਡਿਜੀਟਲ ਸਿਸਟਮ ਵਿੱਚ ਲਿਆਉਣ ਲਈ ਲੋੜੀਂਦੀ ਕੰਪਿਊਟਰ ਸਿੱਖਿਆ, ਸਾਰਿਆਂ ਕੋਲ ਮੋਬਾਈਲ, ਸਮਾਰਟਫੋਨ, ਇੰਟਰਨੈਟ ਦੀ ਨਿਰਵਿਘਨ ਸਪਲਾਈ ਆਦਿ ਸਭ ਕੁਝ ਯਕੀਨੀ ਬਣਾਉਣਾ ਹੋਵੇਗਾ। ਪਰ ਕੇਵਲ ਡਿਗਰੀਆਂ ਹਾਸਲ ਕਰਨੀਆਂ ਹੀ ਸਿੱਖਿਆ ਨਹੀਂ ਹੁੰਦੀ ਡੰਡੀ। ਅੱਜ ਕੱਲ੍ਹ ਔਰਤ ਵਿਰੁੱਧ ਜਿਸ ਪ੍ਰਕਾਰ ਦੀਆਂ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ ਉਹਨਾਂ ਲਈ ਵਧੇਰੇ ਕਰਕੇ ਤਕਨੀਕੀ ਮੁਹਾਰਤ ਪ੍ਰਾਪਤ ਚੰਗੇ ਖਾਂਦੇ ਪੀਂਦੇ ਘਰਾਂ ਦੇ ਅਮੀਰਜ਼ਾਦੇ ਜ਼ਿੰਮੇਵਾਰ ਹਨ ਡੰਡੀ। ਬਿਨਾਂ ਵਿਆਹ ਲਿਵ ਇਨ ਰਹਿਣਾ, ਫਿਰ ਅਚਾਨਕ ਇੱਕ ਦਿਨ ਕਤਲ ਕਰ ਦੇਣਾ, ਇਹ ਸਾਰਾ ਕੁਝ ਕੋਈ ਅਨਪੜ੍ਹ ਗਰੀਬ ਪਰਿਵਾਰ ਦਾ ਬੱਚਾ ਨਹੀਂ ਕਰ ਸਕਦਾ ਡੰਡੀ। ਇਸ ਸਾਰੇ ਕੁਝ ਲਈ ਸਾਡਾ ਔਰਤ ਲਈ ਨਜ਼ਰੀਆ ਅਤੇ ਮਾੜੀ ਸੋਚ ਹੈ ਜਿਸ ਨੂੰ ਬਦਲਣਾ ਅਤੀ ਜ਼ਰੂਰੀ ਹੈ ਡੰਡੀ। ਪੈਰਾ ਚੇਂਜ। ਬੇਟੀ ਬਚਾਓ ਦੇ ਨਾਲ ਬੇਟੇ ਨੂੰ ਸਿਖਾਓ ਦਾ ਠੋਸ ਕੰਮ ਕਰਨਾ ਪਵੇਗਾ ਡੰਡੀ। ਆਪਣੀ ਆਜ਼ਾਦੀ, ਸਮਾਨਤਾ ਅਤੇ ਸ਼ਾਂਤੀ ਪ੍ਰਾਪਤ ਕਰਨ ਲਈ ਜਮਹੂਰੀਅਤ ਵਿੱਚ ਵਿਸ਼ਵਾਸ ਰੱਖਣ ਵਾਲੇ ਸਮੂਹ ਚਿੰਤਕਾਂ ਅਤੇ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ ਡਿਜੀਟਾਈਜੇਸ਼ਨ ਦੀ ਪ੍ਰਕਿਰਿਆ ਨਿਯਮਤ ਕਰਨ ਲਈ ਆਵਾਜ਼ ਉਠਾਉਣੀ ਪਵੇਗੀ ਡੰਡੀ। ਬਿਨਾਂ ਸੋਚੇ ਸਮਝੇ ਹਰ ਇੱਕ ਖੇਤਰ ਤੇ ਕੰਮਕਾਜ ਨੂੰ ਮੋਬਾਈਲ ਫੋਨ ਨਾਲ ਜੋੜ ਦੇਣਾ, ਭਾਵੇਂ ਉਹ ਤੁਹਾਡਾ ਆਧਾਰ ਕਾਰਡ ਹੈ ਜਾਂ ਪੈਨ ਹੈ ਜਾਂ ਕੋਈ ਖਾਤਾ ਆਦਿ, ਖਤਰੇ ਤੋਂ ਖਾਲੀ ਨਹੀਂ ਡੰਡੀ। ਜਦੋਂ ਤੱਕ
ਇਸ ਬਾਰੇ ਪੂਰੀ ਜਾਣਕਾਰੀ ਅਤੇ ਸਿਖਲਾਈ ਨਹੀਂ। ਇਸ ਦੇ ਨਕਾਰਾਤਮਕ ਅਸਰਾਂ ਦਾ ਖਦਸ਼ਾ ਵਧੇਰੇ ਹੈ। ਡੰਡੀ ਇਹਨਾਂ ਹਾਲਾਤ ਵਿੱਚ ਡਿਜੀਟਲ ਪਾੜਾ ਸਮਾਜਿਕ ਆਰਥਿਕ ਨਾ ਬਰਾਬਰੀ ਹੋਰ ਵਧਾਏਗਾ। ਡੰਡੀ ਸੁਰੱਖਿਆ ਮਾਹਿਰਾਂ ਖੂਫੀਆ ਜਾਣਕਾਰੀ ਇਕੱਠੀ ਕਰਨ ਲਈ ਭੇਜੇ ਗਏ ਅਮਰੀਕਾ ਦੇ ਡਰੋਨ ਨੂੰ ਕਾਲੇ ਸਾਗਰ ਉੱਪਰ ਡੇਗੇ ਜਾਣ ਨੂੰ ਅਤਿਅੰਤ ਮੰਦਭਾਗਾ ਅਤੇ ਖਤਰਨਾਕ ਦੱਸ ਰਹੇ ਹਨ। ਡੰਡੀ ਇਹ ਡਰੋਨ ਰੂਸੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਡੇਗਿਆ। ਡੰਡੀ ਰੂਸ, ਯੂਕਰੇਨ, ਰੋਮਾਨੀਆ, ਬੁਲਗਾਰੀਆ, ਤੁਰਕੀ ਅਤੇ ਜਾਰਜੀਆ ਕਾਲੇ ਸਾਗਰ ਦੇ ਤੱਟੀ ਦੇਸ਼ ਹਨ। ਡੰਡੀ ਇਸ ਘਟਨਾ ਨੂੰ ਵਰ੍ਹੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਰੂਸ ਯੂਕਰੇਨ ਜੰਗ ਦੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਹੈ। ਡੰਡੀ ਅਮਰੀਕਾ ਦਾ ਕਹਿਣਾ ਹੈ ਕਿ ਡਰੋਨ ਅੰਤਰਰਾਸ਼ਟਰੀ ਹਵਾਈ ਸਪੇਸ ਵਿੱਚ ਸੀ ਜਦੋਂ ਰੂਸ ਦੇ 2 SU ਹਵਾਈ ਜਹਾਜ਼ਾਂ ਨੇ ਇਸ ਦੇ ਉੱਤੇ ਤੇਲ ਸੁੱਟਿਆ ਤੇ ਉਸ ਨੂੰ ਤਬਾਹ ਕਰ ਦਿੱਤਾ। ਡੰਡੀ ਰੂਸ ਅਨੁਸਾਰ ਉਸ ਦੇ ਹਵਾਈ ਜਹਾਜ਼ ਕਦੇ ਵੀ ਡਰੋਨ ਦੇ ਸੰਪਰਕ ਵਿੱਚ ਨਹੀਂ ਆਏ ਅਤੇ ਇਸ ਡਰੋਨ ਨੂੰ ਕਰੀਮੀਆ, ਯੂਕਰੇਨ ਦਾ ਉਹ ਹਿੱਸਾ ਜਿਸ ਤੇ ਰੂਸ ਨੇ 2014 ਵਿੱਚ ਕਬਜ਼ਾ ਕਰ ਲਿਆ ਸੀ, ਦੇ ਤੱਟ ਦੇ ਨਜ਼ਦੀਕ ਦੇਖਿਆ ਗਿਆ। ਡੰਡੀ ਪਿਛਲੇ ਮਹੀਨੇ ਅਮਰੀਕਾ ਨੇ ਚੀਨ ਦੁਆਰਾ ਭੇਜੇ ਗਏ ਜਾਸੂਸੀ ਗੁਬਾਰੇ ਨੂੰ ਤਬਾਹ ਕਰ ਦਿੱਤਾ ਸੀ। ਡੰਡੀ ਸਟਾਪ